ਜਗਮੋਹਨ ਧਾਲੀਵਾਲ ਦੇ ਅੰਦਰ ਇਹ ਇੱਕ ਸਵਾਲ ਉੱਠਿਆ ਹੈ ਜੋ ਇਹਨਾਂ ਨੇ ਲਿਖਿਆ ਹੈ। ਇਸ ਤੋਂ ਪਹਿਲਾਂ ਮੈਂ ਇਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਆਪਣੇ ਨਾਮ ਵੱਲ ਥੋੜ੍ਹਾ ਜਿਹਾ ਖਿਆਲ ਕਰੋ। ਜਾਗ ਮੋਹਨ, ਕਿੰਨਾ ਕੁ ਚਿਰ ਇਹਨਾਂ ਸਵਾਲਾਂ ਦੇ ਵਿੱਚ ਸੁੱਤੇ ਰਹਿਣਾ ਹੈ। ਤੇ ਸਵਾਲ ਮਨ ਉਠਾਉਂਦਾ ਹੀ ਰਹੇਗਾ ਤੇ ਵਿਚਾਰਧਾਰਾ ਚੱਲਦੀ ਰਹੇਗੀ ਤੇ ਤੁਸੀਂ ਵਿਚਾਰਧਾਰਾ 'ਚ ਸੁੱਤੇ ਰਹੋਗੇ। ਕੋਈ ਸੰਸਾਰ ਦੀ ਵਿਚਾਰਧਾਰਾ ਦੇ ਵਿੱਚ ਸੁੱਤਾ ਹੋਇਆ ਹੈ, ਉਹ 'ਤੇ ਤੁਹਾਨੂੰ ਤਰਸ ਆਉਂਦਾ ਹੈ, ਪਰ ਕੋਈ ਧਾਰਮਿਕ ਵਿਚਾਰਧਾਰਾ ਦੇ ਵਿੱਚ ਸੁੱਤਾ ਹੋਇਆ ਹੈ, ਉਹ ਵੀ ਵੈਸੇ ਹੀ ਸੁੱਤਾ ਹੈ ਨਾ। ਵਿਚਾਰਾਂ ਦਾ ਹੀ ਫਰਕ ਹੈ ਨਾ। ਕੋਈ ਬੱਚਿਆਂ ਬਾਰੇ, ਪਰਿਵਾਰ ਬਾਰੇ ਸੋਚ ਰਿਹਾ ਹੈ, ਵਿਚਾਰ ਚੱਲ ਰਹੀ ਹੈ, ਉਹ ਸੁੱਤਾ ਹੈ। ਕੋਈ ਧਨ ਪ੍ਰਾਪਰਟੀ ਬਾਰੇ ਸੋਚ ਰਿਹਾ ਹੈ, ਉਹ ਸੋਚ ਚੱਲ ਰਹੀ ਹੈ, ਉਹ 'ਚ ਸੁੱਤਾ ਹੈ। ਗੁਰਮੁਖ ਜੋਗੀ ਜਾਗਦੇ, ਹੋਰ ਜਗ ਸੁੱਤਾ ਮੋਹ ਪਿਆਰ। ਕਿਸੇ ਨੂੰ ਕਿਸੇ ਨਾਲ ਪਿਆਰ ਹੈ, ਉਹਦੇ ਵਿਚਾਰ ਚੱਲ ਰਹੇ ਆ। ਤੇ ਧਾਰਮਿਕ ਲੋਕਾਂ ਨੂੰ ਧਾਰਮਿਕ ਢੰਗ ਦਾ ਵੀ ਪਿਆਰ ਹੈ, ਸ਼ਬਦਾਂ ਨਾਲ ਹੀ ਪਿਆਰ ਹੈ, ਵਿਚਾਰਾਂ ਨਾਲ ਕਈਆਂ ਨੂੰ ਪਿਆਰ ਹੈ, ਉਹ ਵਿਚਾਰ ਹੀ ਕਰੀ ਜਾਂਦੇ ਆ, ਤਾਂ ਉਹ ਵੀ ਉੱਦਾਂ ਹੀ ਸੁੱਤੇ ਹੋਏ ਆ। ਵਿਚਾਰਧਾਰਾ, ਵਿਚਾਰਧਾਰਾ ਦਾ ਖਿਆਲ, ਤਾਂ ਉਹਦੇ ਵਿੱਚ ਮਨ ਸੁੱਤਾ ਹੋਇਆ। ਤੇ ਇੱਧਰ ਜਾਗਣ ਵਾਸਤੇ ਕਿਹਾ ਜਾ ਰਿਹਾ ਹੈ। ਤੇ ਜੋ ਜਵਾਬ ਵੀ ਇੱਧਰ ਦਿੱਤੇ ਜਾਂਦੇ ਹਨ, ਉਹਨਾਂ ਦਾ ਵੀ ਪ੍ਰਯੋਜਨ ਜਗਾਉਣਾ ਹੀ ਹੈ। ਖਿਆਲ ਵਿੱਚ ਰੱਖੋ, ਇਹ ਜੋ ਅੰਦਰੋਂ ਸਵਾਲ ਉੱਠਦੇ ਹਨ, ਉਹਨਾਂ ਦੇ ਜਵਾਬ ਬਾਹਰੋਂ ਥੋੜ੍ਹੀ ਮਿਲ ਜਾਂਦੇ ਹਨ। ਜੇ ਮਿਲ ਹੀ ਗਏ ਹੁੰਦੇ ਤੇ ਬਹੁਤ ਲਿਖੇ ਹੋਏ ਹਨ। ਹਰ ਸਵਾਲ ਦਾ ਜਵਾਬ ਹਰ ਗ੍ਰੰਥ ਦੇ ਵਿੱਚ ਮੌਜੂਦ। ਕਿੰਨੇ ਉੱਤਰ ਦਿੱਤੇ ਹੋਏ ਆ, ਹਰ ਉੱਤਰ ਹੀ ਹੈ। ਤੋ ਮਿਲਦਾ ਨਹੀਂ ਹੈ ਨਾ, ਉਹ ਬਾਹਰ ਦਾ ਬਾਹਰ ਹੀ, ਸ਼ਬਦਾਂ ਦੇ ਤਲ 'ਤੇ, ਵਿਚਾਰਾਂ ਦੇ ਤਲ 'ਤੇ ਰਹਿ ਜਾਂਦਾ। ਸਗੋਂ ਉਹ ਜੋ ਉੱਤਰ ਮਿਲਦੇ ਉਹਨਾਂ ਦੇ ਨਾਲ ਹੋਰ ਉੱਤਰ ਅੱਗੇ ਸਵਾਲ ਪੈਦਾ ਹੋ ਜਾਂਦੇ ਹਨ। ਅਤੇ ਉਹਨਾਂ ਸਵਾਲਾਂ ਦੇ ਫਿਰ ਉੱਤਰ ਮਨ 'ਚ ਆਉਂਦਾ ਹੈ। ਇੱਦਾਂ ਮਨ ਚੱਲਦਾ ਰਹਿੰਦਾ, ਫਿਰ ਸਵਾਲ ਪੈਦਾ ਕਰਦਾ ਹੈ, ਫਿਰ ਉੱਤਰ ਢੂੰਡਦਾ ਹੈ, ਲੱਭਦਾ ਹੈ, ਫਿਰ ਸਵਾਲ ਪੈਦਾ ਕਰਦਾ। ਕਈ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਚੱਲਦੇ ਰਹਿੰਦੇ ਹਨ। ਅਤੇ ਬਾਹਰੋਂ ਕਦੇ ਵੀ ਉੱਤਰ ਨਹੀਂ ਮਿਲੇਗਾ, ਨਾ ਸੰਤੁਸ਼ਟੀ ਹੋਵੇਗੀ ਇਹਨਾਂ ਉੱਤਰਾਂ ਨਾਲ। ਖਿਆਲ ਵਿੱਚ ਰੱਖੋ, ਉੱਤਰ ਤਾਂ ਉੱਥੇ ਜਾ ਕੇ ਮਿਲੇਗਾ ਨਾ ਜਿੱਥੇ ਦਾ ਉੱਤਰ ਦਿੱਤਾ ਜਾ ਰਿਹਾ। ਹੁਣ ਜਿਹੜੀ ਜਗ੍ਹਾ ਦਾ ਉੱਤਰ ਦਿੱਤਾ ਜਾ ਰਿਹਾ ਹੈ, ਉਸ ਜਗ੍ਹਾ ਜਾ ਕੇ ਹੀ ਤੁਹਾਨੂੰ ਪਤਾ ਲੱਗੇਗਾ ਨਾ ਵੀ ਇਹ ਜਗ੍ਹਾ ਦਾ ਉੱਤਰ ਸੀ। ਇਹ ਉਹੀ ਜਗ੍ਹਾ ਜਿਹਦੇ ਬਾਰੇ ਦੱਸਿਆ ਗਿਆ। ਪਹਿਲਾਂ ਥੋੜ੍ਹੀ ਪਤਾ ਲੱਗ ਜਾਏਗਾ, ਖਿਆਲ ਵਿੱਚ ਆ ਜਾਏਗੀ ਥੋੜ੍ਹੀ ਜਿਹੀ, ਪਰ ਉਹ ਭੁੱਲ ਜਾਵੇਗੀ। ਇਸ ਕਰਕੇ ਭੁੱਲਦਾ ਰਹਿੰਦੇ ਹਨ ਪਹਿਲੇ ਜੋ ਉੱਤਰ ਦਿੱਤੇ ਹੋਏ, ਤਾਂ ਮਨ ਨਵੇਂ ਨਵੇਂ ਸਵਾਲ ਪੈਦਾ ਕਰਦਾ ਰਹਿੰਦਾ ਅਤੇ ਵਿਚਾਰਧਾਰਾ ਚੱਲਦੀ ਰਹਿੰਦੀ। ਤਾਂ ਬਾਹਰੋਂ ਉੱਤਰ ਨਾ ਲਓ, ਨਾ ਹੀ ਬਾਹਰਲੇ ਉੱਤਰਿਆਂ 'ਤੇ ਸੰਤੁਸ਼ਟ ਹੋ ਜਾਵੇ। ਕਈ ਸੰਤੁਸ਼ਟ ਹੋ ਕੇ ਬੈਠ ਜਾਂਦੇ ਆ, ਅਤੇ ਉੱਤਰ ਤੁਹਾਨੂੰ ਅੰਦਰੋਂ ਹੀ ਮਿਲੇਗਾ। ਇਹ ਉੱਤਰ ਇਸ ਕਰਕੇ ਦਿੱਤੇ ਜਾਂਦੇ ਹਨ ਵੀ ਉੱਥੇ ਜਾ ਕੇ ਤੁਹਾਨੂੰ ਥੋੜ੍ਹਾ ਜਿਹਾ ਖਿਆਲ ਵਿੱਚ ਆ ਜਾਵੇਗਾ ਵੀ ਇਹ ਉੱਤਰ ਇੱਥੇ ਦਾ ਦਿੱਤਾ ਸੀ ਉਦੋਂ ਉਹਨਾਂ ਨੇ, ਅਤੇ ਉੱਥੇ ਜਾ ਕੇ ਤੁਹਾਨੂੰ ਥੋੜ੍ਹਾ ਜਿਹਾ ਪਤਾ ਲੱਗੇਗਾ। ਇਸ ਕਰਕੇ ਕਹਿੰਦੇ ਹਨ ਵੀ ਸਤਿਪੁਰਖਾਂ ਦੇ ਉਪਦੇਸ਼ ਅਗਰ ਖਿਆਲ ਵਿੱਚ ਹੋਣ
ਤੇ ਉਹ ਜਦੋਂ ਮਾਰਗ ਤੇ ਚੱਲਦਾ ਹੈ ਕੋਈ, ਤਾਂ ਉਹਦੇ ਵਾਸਤੇ ਸਹਿਯੋਗੀ ਹੁੰਦੇ ਆ। ਜਿਵੇਂ ਆ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਮੈਸੇਜ ਕੀਤਾ ਹੋਇਆ ਹੈ, ਉਹਦੇ 'ਚ ਵੀ ਐਸਾ ਲਿਖਿਆ ਹੈ ਵੀ ਮਨ ਭਟਕ ਜਾਂਦਾ ਹੈ, ਕਈ ਵਾਰ ਉਲਝ ਜਾਂਦਾ ਸੰਸਾਰ ਵਿੱਚ, ਅਤੇ ਤੁਹਾਡੀਆਂ ਗੱਲਾਂ ਯਾਦ ਆਉਂਦੀਆਂ ਹਨ, ਖਿਆਲ ਵਿੱਚ ਆਉਂਦਾ ਹੈ, ਫਿਰ ਮਨ ਨਿਕਲਦਾ ਹੈ ਹੌਲੀ ਹੌਲੀ। ਅਤੇ ਇਹ ਜਿਹੜੇ ਉੱਤਰ ਹਨ, ਇਹ ਇਸ ਕਰਕੇ ਦਿੱਤੇ ਜਾ ਰਹੇ ਹਨ ਕਿ ਤੁਸੀਂ ਉਹ ਜੋ ਵਾਸਤਵਿਕ ਉੱਤਰ ਹੈ ਨਾ, ਤੁਹਾਡੇ ਅੰਦਰ ਉਹਦੀ ਖੋਜ ਵੱਲ ਜਾਓ, ਅਤੇ ਉਹ ਅੰਦਰੋਂ ਹੀ ਮਿਲੇਗਾ। ਇਹ ਜੋ ਲਿਖਿਆ ਹੈ ਸਵਾਲ ਪ੍ਰਸ਼ਨ, ਇਹਦਾ ਉੱਤਰ ਵੀ ਤੁਹਾਨੂੰ ਅੰਦਰੇ ਹੀ ਜਾ ਕੇ ਮਿਲੇਗਾ, ਪਰ ਇਹ ਥੋੜ੍ਹਾ ਜਿਹਾ ਖਿਆਲ ਵਿੱਚ ਲਓ ਵੀ ਕਿਵੇਂ ਮਿਲੇਗਾ, ਜਾ ਕੇ ਕਿਵੇਂ ਜਾਓਗੇ। ਬਾਬਾ ਜੀ ਨਮਸਕਾਰ ਹੈ ਜੀ। ਪਰਮਾਤਮਾ ਦੇਸ਼ ਕਾਲ ਵਸਤੂ ਤੋਂ ਪਰੇ ਹੈ। ਚਾਨਣਾ ਪਾਓ ਜੀ। ਪਰਮਾਤਮਾ 'ਤੇ ਚਾਨਣਾ ਨਹੀਂ ਪੈ ਸਕਦਾ ਹੈ, ਕਿਉਂਕਿ ਉਹਦਾ ਚਾਨਣਾ ਤੇ ਇਹਨਾਂ 'ਤੇ ਪੈ ਰਿਹਾ ਹੈ। ਦੇਸ਼ ਕਹੀਏ, ਸਪੇਸ, ਕਾਲ ਟਾਈਮ, ਵਸਤੂ ਪਦਾਰਥ ਮੈਟਰ, ਇਹਨਾਂ ਤੋਂ ਪਰੇ ਹੈ ਪਰਮਾਤਮਾ। ਸਨਾਤਨ ਗ੍ਰੰਥਾਂ ਦੇ ਵਿੱਚ ਜਿੰਨੇ ਵੀ ਹਨ ਧਾਰਮਿਕ, ਉਹਨਾਂ ਵਿੱਚ ਐਸਾ ਹੀ ਲਿਖਿਆ ਹੈ, ਅਤੇ ਸਤਿਪੁਰਖਾਂ ਨੇ ਐਸਾ ਹੀ ਕਿਹਾ ਹੈ, ਪਰ ਐਸਾ ਹੈ ਨਹੀਂ। ਖਿਆਲ ਵਿੱਚ ਰੱਖੋ, ਪਰ ਐਸਾ ਕਹਿਣਾ ਪੈਂਦਾ ਹੈ, ਕਿਉਂਕਿ ਜਿੰਨਾ ਚਿਰ ਦੇਸ਼ ਕਾਲ ਵਸਤੂ ਤੋਂ ਹਟੋਗੇ ਨਹੀਂ, ਉਹਨਾਂ ਚਿਰ ਤੁਸੀਂ ਉੱਧਰ ਨੂੰ ਨਹੀਂ ਜਾ ਸਕਦੇ ਜਿਹੜਾ ਪਰੇ ਹੈ ਇਹਨਾਂ ਤੋਂ। ਅਤੇ ਜਿਹੜਾ ਪਰੇ ਹੈ, ਜਦੋਂ ਤੁਸੀਂ ਉੱਧਰ ਨੂੰ ਚਲੇ ਗਏ ਇਹਨਾਂ ਨੂੰ ਛੱਡ ਕੇ, ਅਤੇ ਫਿਰ ਤੁਸੀਂ ਜਾਣੋਗੇ ਵੀ ਸਭ ਕੁਛ ਉਹਦੇ ਵਿੱਚ ਹੀ ਹੈ। ਹੈ ਅਤੇ ਸਭ ਕੁਛ ਹੀ ਉਹਦੇ ਵਿੱਚ, ਬਾਹਰ ਨਾ ਹੀ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆ। ਦੇਖੋ ਕਹਿੰਦੇ ਹਨ ਸਰਗੁਣ ਵੀ ਉਹ ਹੀ ਸਹਿਤ ਗੁਣਾਂ ਦੇ, ਅਤੇ ਨਿਰਗੁਣ ਗੁਣਾਂ ਤੋਂ ਰਹਿਤ, ਰਾਜ ਤਮ ਸਤ ਗੁਣ ਇਹ ਤੇਰੀ ਮਾਇਆ। ਇਹ ਤੂੰ ਰਹਿਤ ਵੀ ਜੋ ਹੈ ਨਾ, ਉਹ ਵੀ ਨਿਰੰਕਾਰ, ਫਿਰ ਆਕਾਰ ਤੋਂ ਰਹਿਤ ਵੀ ਉਹ ਹੈ, ਫਿਰ ਸੁਨ ਸਮਾਧੀ ਆਪ। ਦੇਖੋ ਭਾਵ ਕਿ ਕੁਝ ਵੀ ਨਹੀਂ, ਪਰ ਉੱਧਰ ਨੂੰ ਜਾਣ ਵਾਸਤੇ ਪਹਿਲਾਂ ਸਰਗੁਣ ਤੋਂ ਧਿਆਨ ਹਟਾਉਣਾ ਪਵੇਗਾ, ਨਿਰਗੁਣ ਵੱਲ ਜਾਣਾ ਪਵੇਗਾ, ਫਿਰ ਨਿਰਗੁਣ ਤੋਂ ਨਿਰੰਕਾਰ, ਫਿਰ ਨਿਰੰਕਾਰ ਤੋਂ ਸੁਨ ਸਮਾਧੀ। ਅਤੇ ਇਸ ਕਾਰਨ ਕਿਹਾ ਜਾਂਦਾ ਹੈ ਵੀ ਇਹ ਜਿਹੜੇ 3 ਗੁਣ ਹਨ ਨਾ, ਰਜ ਤਮ ਸਤ, ਇਹ ਮਾਇਆ ਹੈ ਤੇ ਉਹਦੇ ਵਿੱਚ ਹੀ, ਪਰ ਪਹਿਲਾਂ
ਇਹਦੇ ਤੋਂ ਹਟਣਾ ਪੈਂਦਾ ਹੈ। ਤਦੇ ਕਿਹਾ ਹੈ ਨਾ, ਤ੍ਰਿਕੁਟੀ ਛੁੱਟੇ ਦਸਵਾਂ ਦਰ ਖੁੱਲੇ, ਤਉ ਮਨ ਖੀਵਾ ਪਾਏ, ਤਿੰਨ ਗੁਣ ਛੁੱਟ ਜਾਣ। ਤ੍ਰਿਕੁਟੀ, ਇਹ ਤ੍ਰਿਕੁਟੀ ਇਹੋ ਹੀ ਹੈ, ਤਿੰਨ ਗੁਣ। ਤੇ ਦੇਸ਼ ਕਾਲ ਵਸਤੂ, ਇਹ ਤਿੰਨਾਂ ਗੁਣਾਂ ਦੇ ਵਿੱਚ ਹਨ। ਖਿਆਲ ਕਰੋ ਹੁਣ। ਤੇ ਤਿੰਨਾਂ ਨੂੰ ਹੀ ਛੱਡਣ ਵਾਸਤੇ ਕਿਹਾ ਹੈ ਹਰ ਇੱਕ ਸਤਿਪੁਰਖ ਨੇ। ਤਿੰਨਾਂ ਨੂੰ ਹੀ ਛੱਡਣ ਵਾਸਤੇ ਕਿਹਾ ਹੈ, ਤਾਂ ਹੀ ਤੁਸੀਂ ਉੱਧਰ ਨੂੰ ਜਾਓਗੇ। ਜਿਹਦੇ ਦੁਆਰਾ ਇਹ ਤਿੰਨੇ ਪ੍ਰਕਾਸ਼ਿਤ ਹਨ, ਕਹਿ ਲਈ। ਫਿਰ ਦੇਖੋ ਕਮਾਲ ਦੀ ਗੱਲ, ਜਿੰਨੇ ਵੀ ਧਾਰਮਿਕ ਲੋਕ ਹਨ, ਇਹਨਾਂ ਤਿੰਨਾਂ ਤੋਂ ਹੀ ਛੁਟਕਾਰਾ ਕਿਸੇ ਦਾ ਵੀ ਨਹੀਂ ਹੋ ਰਿਹਾ। ਨਾ ਦੇਸ਼ ਤੋਂ ਹੋ ਰਿਹਾ, ਦੇਸ਼ ਦਾ ਭਾਵ ਹੈ ਸਪੇਸ, ਜਗ੍ਹਾ। ਪੱਛਮ ਦੇਸ ਹਰਿ ਕਾ ਵਾਸਾ, ਪੂਰਬ ਅਲਹ ਮਕਾਮ। ਜਾਂ ਪੂਰਬ ਦੇਸ ਹਰਿ ਕਾ ਵਾਸਾ, ਪੱਛਮ ਅਲਹ ਮਕਾਮ। ਕਹਿੰਦੇ ਹਨ ਦਿਲ ਮੇਂ ਖੋਜ ਦਿਲੇ ਮੇਂ ਖੋਜ, ਇਹ ਠੌਰ ਮਕਾਮ। ਕੋਈ ਕਹਿੰਦਾ ਪੱਛਮ ਹੈ ਅੱਲਾ, ਕੋਈ ਕਹਿੰਦਾ ਨਹੀਂ ਪੂਰਬ ਦੇ ਵਿੱਚ ਹੈ ਹਰੀ, ਭਾਵ ਕਿਸੇ ਜਗ੍ਹਾ ਦੇ ਵਿੱਚ ਹੈ। ਲੋਕ ਜਗ੍ਹਾ ਦੇ ਵਿੱਚ ਖੋਜਦੇ ਹਨ ਪ੍ਰਮਾਤਮਾ। ਹੁਣ ਸਿੱਖ ਵੀ ਕਿੰਨਾ ਗਿਆਨ ਦਿੰਦੇ ਹਨ ਦੂਸਰਿਆਂ ਨੂੰ, ਤੇ ਆਪ ਵੀ ਤੀਰਥਾਂ 'ਤੇ ਭਟਕ ਰਹੇ ਹਨ। ਆਪ ਵੀ ਜਾ ਹੀ ਰਹੇ ਹਨ ਕਿਤੇ ਨਾ ਕਿਤੇ ਜਗ੍ਹਾ 'ਤੇ। ਕੋਈ ਨਾ ਕੋਈ ਜਗ੍ਹਾ ਹਰ ਇੱਕ ਸਿੱਖ ਮੰਨਦਾ ਹੈ, ਜਗ੍ਹਾ ਤੋਂ ਕੋਈ ਵੀ ਮੁਕਤ ਨਹੀਂ ਹੈ। ਦੂਸਰੇ ਪਾਸੇ ਕਹਿੰਦਾ ਵੀ ਹੈ ਵੀ ਉਪਦੇਸ਼ ਹੈ ਗੁਰੂ ਸਾਡੇ, ਬਾਣੀ ਹੈ ਗੁਰੂ। ਉਹ ਬਾਣੀ ਗੁਰੂ ਹੈ, ਤੇ ਬਾਣੀ ਗੁਰੂ ਤਾਂ ਤੁਹਾਡੇ ਕੋਲੇ ਹੀ ਹੈ, ਨਗਰ ਦੇ ਵਿੱਚ। ਅਜੋਕੇ ਸਮੇਂ 'ਤੇ ਬਾਣੀ ਆਹ ਦੇਖੋ ਟੈਲੀਫੋਨ ਦੇ ਵਿੱਚ ਵੀ ਮੌਜੂਦ ਹੈ, ਕੋਈ ਪੜ੍ਹ ਸਕਦਾ ਹੈ। ਉਪਦੇਸ਼ ਹੀ ਲੈਣਾ ਹੈ ਨਾ, ਤੇ ਦੇਖੋ ਕਿੰਨੇ ਕੋਲੇ। ਹੁਣ ਤਾਂ ਕਹਿਣਾ ਚਾਹੀਦਾ ਗੁਰ ਮੇਰੇ ਸੰਗ ਸਦਾ ਹੀ ਨਾਲੇ, ਕਿਉਂਕਿ ਗੁਰਬਾਣੀ ਦੇਖੋ ਜੇਬ 'ਚ ਹੀ ਆ ਗਈ, ਸਾਰਾ ਹੀ ਉਪਦੇਸ਼। ਰਿਕਾਰਡਿੰਗ ਕੀਤਾ ਹੋਇਆ ਵੀ, ਲਿਖਿਆ ਹੋਇਆ ਵੀ, ਭਾਵੇਂ ਸੁਣੋ ਭਾਵੇਂ ਪੜ੍ਹੋ। ਪਰ ਇਹ ਵੀ ਬਾਹਰ ਹੀ ਭਟਕ ਰਹੇ ਹਨ, ਜਗ੍ਹਾ 'ਤੇ, ਸਥਾਨ 'ਤੇ। ਤੇ ਕਹਿੰਦੇ ਹਨ ਪ੍ਰਮਾਤਮਾ ਕਿਸੇ ਸਥਾਨ 'ਤੇ, ਕਿਸੇ ਦੇਸ਼ ਵਿੱਚ ਨਹੀਂ, ਕਿਸੇ ਜਗ੍ਹਾ ਵਿੱਚ ਨਹੀਂ, ਕਿਸੇ ਸਪੇਸ ਵਿੱਚ ਨਹੀਂ ਵੀ ਇੱਕ ਜਗ੍ਹਾ ਕਿਤੇ ਖਾਸ ਜਗ੍ਹਾ 'ਤੇ ਬੈਠਾ ਹੋਇਆ। ਨਹੀਂ, ਪ੍ਰਮਾਤਮਾ ਵਿੱਚ ਸਾਰੀਆਂ ਜਗ੍ਹਾ ਹਨ। ਤੇ ਨਾ ਹੀ ਪ੍ਰਮਾਤਮਾ ਕਿਸੇ ਵਸਤੂ ਵਿੱਚ ਹੈ, ਪਦਾਰਥ ਵਿੱਚ ਹੈ, ਨਾ ਹੀ ਮੂਰਤੀ ਵਿੱਚ ਹੈ। ਉਹ ਮੂਰਤੀ ਦੀ ਪੂਜਾ ਹਿੰਦੂ ਕਰਦੇ ਆ, ਉਹ ਮੂਰਤੀ ਦੇ ਵਿੱਚ ਹੀ ਹੈ ਪਰਮਾਤਮਾ। ਵੀ ਰਾਮ ਦੀ ਮੂਰਤੀ ਬਣਾਤੀ, ਉਹਦੇ ਵਿੱਚ ਹੀ ਪਰਮਾਤਮਾ। ਜਾਂ ਕ੍ਰਿਸ਼ਨ ਦੀ ਬਣਾਤੀ, ਤੇ ਸਾਰੇ ਕਰ ਰਹੇ ਹਨ। ਬੁੱਧ ਧਰਮ ਦੇ ਬੁੱਧ ਦੀ ਮੂਰਤੀ ਬਣਾ ਕੇ ਕਰਦੇ, ਜੈਨੀ ਕਰਦੇ, ਸਿੱਖ ਵੀ ਇੱਦਾਂ ਹੀ ਕਰ ਰਹੇ ਹਨ। ਉਹ ਵੀ ਮੂਰਤੀ ਦੀ ਤਰ੍ਹਾਂ ਦੇਖੋ ਭੋਗ ਵੀ ਲਾਉਂਦੇ ਹਨ, ਆਰਤੀ ਵੀ ਕਰਦੇ ਹਨ। ਤੁਹਾਨੂੰ ਵੈਸੇ ਹੀ ਕੱਪੜਿਆਂ 'ਚ ਵਲੇਟ ਕੇ ਰੱਖਦੇ ਹਨ, ਜਿਵੇਂ ਮੂਰਤੀ ਨੂੰ ਰੱਖਦੇ ਹਨ ਹਿੰਦੂ, ਕਿ ਠੰਡ ਨਾ ਲੱਗ ਜੇ। ਤੇ ਨਾ ਹੀ ਪਰਮਾਤਮਾ ਕਿਸੇ ਵਸਤੂ 'ਚ ਹੈ, ਪਦਾਰਥ 'ਚ ਹੈ। ਕਿਉਂਕਿ ਪਦਾਰਥ ਸਭ ਮਿਟ ਰਿਹਾ ਹੈ, ਹਰ ਵਕਤ ਹੀ ਮਿਟ ਰਿਹਾ। ਤੇ ਨਾ ਹੀ ਪਰਮਾਤਮਾ ਕਾਲ ਵਿੱਚ ਹੈ। ਕਾਲ ਦਾ ਅਰਥ ਹੁੰਦਾ ਸਮੇਂ। ਸਮੇਂ 'ਚ ਨਹੀਂ ਹੈ ਪਰਮਾਤਮਾ। ਐਸਾ ਨਹੀਂ ਹੈ ਪਰਮਾਤਮਾ ਕਿਸੇ ਸਮੇਂ ਸੀ ਤੇ ਕਿਸ ਸਮੇਂ ਹੋਵੇਗਾ, ਨਹੀਂ, ਉਹ ਸਮੇਂ ਤੋਂ ਰਹਿਤ ਹੈ। ਇਸ ਕਰਕੇ ਉਹਨੂੰ ਕਿਹਾ ਹੈ ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਭਾਵ ਕਿ ਉਹ ਸਦਾ ਹੀ ਸਤਤ ਹੈ। ਜਿਹੜਾ ਸਤਤ ਹੈ ਉਹਨੂੰ ਹੀ ਸਤਨਾਮ ਕਿਹਾ ਹੈ, ਕੰਟੀਨਿਊ, ਲਗਾਤਾਰ। ਇਸ ਕਾਰਨ ਉਹਨੂੰ ਅਕਾਲ ਪੁਰਖ ਕਿਹਾ ਹੈ। ਉਹ ਕਾਲ ਤੋਂ ਰਹਿਤ, ਇਸ ਕਰਕੇ ਸਮੇਂ ਤੋਂ ਰਹਿਤ ਵੀ ਹੋਣਾ। ਪਹਿਲਾਂ
ਪਦਾਰਥ ਤੋਂ ਰਹਿਤ ਹੋਣਾ, ਫਿਰ ਦੇਸ਼ ਤੋਂ ਰਹਿਤ ਹੋਣਾ, ਫਿਰ ਸਮੇਂ ਤੋਂ ਰਹਿਤ ਹੋਇਆ ਜਾਵੇਗਾ। ਤੇ ਜਿਹੜਾ ਇਹ ਤਿੰਨਾਂ ਤੋਂ ਰਹਿਤ ਹੋ ਗਿਆ, ਤ੍ਰਿਕੁਟੀ ਛੁੱਟੇ, ਫਿਰ ਦਸਵਾਂ ਦਰ ਖੂਲੇ, ਤਉ ਮਨ ਖੀਵਾ ਪਾਈ, ਉੱਥੇ ਫਿਰ ਆਨੰਦ ਹੀ ਆਨੰਦ। ਤਿੰਨ ਗੁਣ ਛੁੱਟ ਗਏ ਤੇ ਫਿਰ ਉਹਨੂੰ ਜਾਣਿਆ ਜਾਂਦਾ ਹੈ ਜੋ ਵਾਸਤਵਿਕ ਹੈ। ਤੇ ਫਿਰ ਇਹ ਵੀ ਪਤਾ ਲੱਗ ਜਾਂਦਾ ਹੈ ਸਭ ਕੁਛ ਉਹਦੇ ਵਿੱਚ ਹੈ, ਪਹਿਲਾਂ ਨਹੀਂ। ਤੇ ਪਹਿਲਾਂ ਇਹ ਜਵਾਬ ਲੈ ਕੇ ਨਾ ਬੈਠ ਜਾਇਆ ਕਰੋ ਵੀ ਮਿਲ ਗਿਆ ਜਵਾਬ, ਪਰਮਾਤਮਾ ਪਰੇ ਹੈ ਤਿੰਨਾਂ ਤੋਂ। ਨਹੀਂ, ਇਹਨਾਂ ਤਿੰਨਾਂ ਤੋਂ ਪਰੇ ਹੋਣਾ ਹੈ ਤਾਂ ਤੁਸੀਂ ਜਾਣੋਗੇ। ਖਿਆਲ ਵਿੱਚ ਰੱਖੋ, ਤੇ ਇਹਨਾਂ ਤੋਂ ਜੁਦਾ ਹੋਣ ਵਾਸਤੇ ਹੀ ਕਿਹਾ ਜਾ ਰਿਹਾ ਹੈ ਵੀ ਸੰਸਾਰ ਵੱਲੋਂ ਧਿਆਨ ਹਟਾਓ, ਮੈਟਰ ਵੱਲੋਂ ਧਿਆਨ ਹਟਾਓ, ਦੇਸ਼ ਵੱਲੋਂ, ਸਥਾਨ ਵੱਲੋਂ, ਕਿਸੇ ਜਗ੍ਹਾ ਵੱਲੋਂ ਧਿਆਨ ਹਟਾਓ, ਕਿਸੇ ਨਾਲ ਨਾ ਜੁੜੋ, ਸਭ ਜੋੜ ਹਟਾਓ। ਫਿਰ ਤੁਸੀਂ ਟਾਈਮ ਤੋਂ, ਸਮੇਂ ਤੋਂ ਵੀ ਧਿਆਨ ਹਟਾ ਸਕਦੇ ਹੋ। ਪਹਿਲਾਂ ਸਮੇਂ ਤੋਂ ਨਹੀਂ ਹਟੇਗਾ, ਪਹਿਲਾਂ ਮੈਟਰ ਤੋਂ, ਵਸਤੂ ਤੋਂ ਹਟੇਗਾ, ਫਿਰ ਦੇਸ਼ ਤੋਂ ਹਟੇਗਾ, ਜਗ੍ਹਾ ਤੋਂ ਹਟੇਗਾ ਧਿਆਨ, ਫਿਰ ਹੌਲੀ ਹੌਲੀ ਆਪਣੇ ਕੋਲੇ ਆਵੇਗਾ, ਧੀਰੇ ਧੀਰੇ, ਫਿਰ ਸਮੇਂ ਤੋਂ ਆਸਤੇ ਆਸਤੇ ਹਟੇ। ਤੇ ਜਿਹੜਾ ਸਮੇਂ ਤੋਂ ਜਿਹਦਾ ਧਿਆਨ ਹਟ ਗਿਆ ਉਹ ਫਿਰ ਮੁਕਤ ਹੋ ਗਏ ਸਰੀਰ ਨਾਲੋਂ ਵੀ, ਕਿਉਂਕਿ ਜਿਹੜਾ ਜੰਮਦਾ ਹੈ ਉਹ ਮਰਦਾ ਹੈ, ਸਮੇਂ 'ਚ ਹੀ ਜੰਮਦਾ ਹੈ, ਸਮੇਂ 'ਚ ਹੀ ਮਰਦਾ ਹੈ। ਤੇ ਜਿਹੜਾ ਸਮੇਂ ਤੋਂ ਪਾਰ ਹੋ ਗਿਆ ਉਹ ਜਨਮ ਮਰਨ ਤੋਂ ਬਾਹਰ ਹੋ ਜਾਂਦਾ ਹੈ। ਜਨਮ ਮਰਨ ਦੋਹੋਂ ਹੁਮੇ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਆ ਜੋ ਮਿਲਣਾ ਹੈ ਤਾਂ